श्री वाहिगुरु साहिब जीओ। वाहिगुरु साहिब जीओ। तुम दाते ठाकुर प्रतिपालक, नायक खसम हमारे। निमख निमख तुम ही प्रतिपालो, हम बारक तुमरे तारे। जिहवा एक कवन गुण कहिए, बेसुमार बेअंत सुआमी। तेरो अंत न किन ही लहिए। कोट पराध हमारे खंडो, अनक विधि समझाओ। हम अज्ञान अलप मत थोरी, तुम आपन बिरद रखाओ। तुमरी शरण तुम्हारी आसा, तुम ही सजन सोहेले। राखो राखण हर दयाला, नानक करके गोरे। तन तन साहिब श्री गुरु ग्रंथ साहिब जी महाराज जी दियां निੱਘੀ गोद अंदर विराजमान समूह खालसा साध संगत जीओ ते देशां विदेशां दे विच विराजमान खालसा साध संगत जीओ। आप जी आओ गज गज के फतेह दी सांझ पाइए जी। बुलाओ फतेह फतेह दी सांझ पाओ जी। वाहिगुरु जी का खालसा वाहिगुरु जी की फतेह। अज साहिब सच्चे पातशाह गुरु ग्रंथ साहिब जी महाराज जी का अज का जो हुक्मनामा संगतां नूं बख्शिया सच्चे पातशाह ने, तुम दाते ठाकुर प्रतिपालक, नायक खसम हमारे। निमख निमख तुम ही प्रतिपालो, हम बारक तुमरे तारे। सच्चे पातशाह आप मेरा रहमतां वरतावन वाले सच्चे पातशाह वाहिगुरु जी, आप कृपा करके अपने गुरु शब्द विचार अपना मेल भरिया हथ धर के आप ही अपनी सेवा लैनी करते हैं। गुरु घर आ करके अपने मन नूं एकाग्र करन दे लई पहल तौर ते अरदास ते हिरदे दे विच भुख होना बेहद जरूरी है। हिरदे दे विच भुख उस दे नाम दी, उस नूं जपण दी ते उस नूं अपने अंदर वसाउण दी ते अपना बना लैण दी जरूर होनी जरूरी है। जिस इंसान दे अंदर उस परमात्मा सच्चे पातशाह नूं मिलण दी तांग नहीं, वाहिगुरु भी उन्होंने ज्ञान दियां गठड़ियां भर के नहीं दिंदा, उन्होंने सोझी नहीं दिंदा जिस दी भुख नहीं जां जिस दे कर्म नहीं बोलते। क्योंकि अगर तुहाडी भुख सिर्फ और सिर्फ स्वार्थ
ਅਤੇ ਪਦਾਰਥਵਾਦੀ ਹੈ ਤਾਂ ਪਰਮਾਤਮਾ ਜੈਸੀ ਤੁਹਾਡੀ ਭੁੱਖ ਹੋਵੇਗੀ ਉਸ ਦੀ ਪੂਰਤੀ ਕਰੇਗਾ। ਤੇ ਅਸੀਂ ਦਿੰਦੇ ਦੇਣ ਵਾਲੇ ਨੂੰ, ਦਾਤੇ ਨੂੰ ਕਦੇ ਵੀ ਨਹੀਂ ਮੰਗਦੇ ਤੇ ਜ਼ਿੰਦਗੀ ਭਰ ਲੈਂਦਿਆਂ ਲੈਂਦਿਆਂ ਥੱਕ ਕੇ ਆਖਰੀ ਸਰੀਰ ਨੂੰ ਵੀ ਛੱਡ ਕੇ ਚਲੇ ਜਾਂਦੇ। ਅੱਜ ਆਪਾਂ ਵਿਚਾਰਾਂ ਕਰਨੀਆਂ ਹਨ ਸੱਚੇ ਪਾਤਸ਼ਾਹ ਜੀ ਦੇ ਹੁਕਮਨਾਮਾ ਸਾਹਿਬ ਜੋ ਆਇਆ ਔਰ ਨਾਲ ਜੋ ਮਹੀਨਾ ਚੱਲ ਰਿਹਾ ਮਾਘ ਮਜਨ ਸੰਗ ਸਾਧੂਆਂ ਧੂਰੀ ਕਰ ਇਸ਼ਨਾਨ। ਇਸ ਮਹੀਨੇ ਦੇ ਉੱਪਰ ਧਰਮ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਦੱਸਿਆ ਹੈ ਕਿ ਧਰਮ, ਗੁਰਸਿੱਖੀ, ਗੁਰਮਤਿ ਕੀ ਕਹਿ ਰਹੀ ਹੈ, ਗੁਰੂ ਦੀ ਮੱਤ ਕੀ ਕਹਿ ਰਹੀ ਹੈ, ਉਸ ਦੇ ਉੱਪਰ ਅੱਜ ਸੱਚੇ ਪਾਤਸ਼ਾਹ ਜੀ ਪਾਸੋਂ ਜਾਣਨਾ ਕਰਾਂਗੇ ਕਿ ਸੱਚੇ ਪਾਤਸ਼ਾਹ ਆਪ ਜੀ ਦੀ ਬਾਣੀ ਕੀ ਕਹਿ ਰਹੀ ਹੈ, ਸਾਨੂੰ ਦੱਸਣਾ ਕਰੋ। ਪਹਿਲਾਂ ਪਾਤਸ਼ਾਹ ਜੀ ਦਾ ਹੁਕਮਨਾਮਾ ਹੈ। ਧਨਾਸਰੀ ਮਹੱਲਾ ਪੰਜਵਾਂ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਸੱਚੇ ਪਾਤਸ਼ਾਹ ਹੈ ਮਾਲਕ, ਤੂੰ ਮੇਰਾ ਮਾਲਕ ਹੈ, ਮੇਰੇ ਸਿਰ ਦਾ ਸਾਈਂ ਹੈ, ਤੂੰ ਹੀ ਮੈਨੂੰ ਪਾਲਣਹਾਰ ਹੈ ਤੇ ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਹੈ। ਕੋਟ ਬ੍ਰਹਿਮੰਡ ਕੋ ਠਾਕੁਰ ਸੁਆ। ਉਹ ਕੋਟਾਂ ਬ੍ਰਹਿਮੰਡਾਂ ਨੂੰ ਚਲਾਉਣ ਵਾਲਾ ਤੇ ਹਰ ਜੀਵ ਜੰਤ ਤੱਕ ਨੂੰ ਭੋਜਨ ਦੇਣ ਵਾਲਾ ਹੈ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। ਸੱਚੇ ਪਾਤਸ਼ਾਹ ਤੂੰ ਹੀ ਮੇਰੀ ਪਰਵਰਿਸ਼ ਕਰਨ ਵਾਲਾ ਤੇ ਮੈਨੂੰ ਹੀ ਨਹੀਂ ਸਾਰੀ ਸ੍ਰਿਸ਼ਟੀ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਪਾਲਣ ਵਾਲਾ ਹੈ। ਸੱਚੇ ਪਾਤਸ਼ਾਹ ਤੇ ਮੇਰੇ ਤੇ ਕਿਰਪਾ ਕਰ, ਆਪਣੀ ਮਿਹਰ ਭਰੀ ਰਹਿਮਤ ਕਰ ਮੇਰੇ ਸੱਚੇ ਪਾਤਸ਼ਾਹ। ਜਿਹਵਾ ਏਕ ਕਵਣ ਗੁਣ ਕਹੀਐ, ਬੇਸਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਈਏ। ਸੱਚੇ ਪਾਤਸ਼ਾਹ ਜੀ, ਮੈਂ ਇਸ ਜੇਬਾ ਦੇ ਨਾਲ, ਮੇਰੀ ਇੱਕੋ ਜੀਭ ਹੈ ਤੇ ਇਸ ਜੀਭ ਦੇ ਨਾਲ ਮੈਂ ਤੇਰੇ ਕਿਵੇਂ ਗੁਣਗਾਨ ਕਰਾਂ, ਕਿਉਂਕਿ ਤੂੰ ਬਹੁਤ ਹੀ ਬੇਅੰਤ ਹੈ। ਤੂੰ ਇਤਨਾ ਬੇਅੰਤ ਹੈ ਸੱਚੇ ਪਾਤਸ਼ਾਹ ਕਿ ਮੇਰੀ ਸੁਰਤ, ਮੇਰੀ ਸੋਚ ਸਮਝ ਤੋਂ ਬਹੁਤ ਹੀ ਬਾਹਰੇ ਹੈ। ਜੋ ਧਰਮ ਆਮ ਇਨਸਾਨ ਨੂੰ ਸਰੀਰਕ ਪੱਖ ਤੋਂ ਬਾਹਰੀ ਦ੍ਰਿਸ਼ਟਮਾਨ ਧਰਮ ਦਿਖਾਇਆ ਗਿਆ ਹੈ। ਦ੍ਰਿਸ਼ਟਮਾਨ ਧਰਮ ਭਾਵ ਜਿਸ ਨੂੰ ਇਨਸਾਨ ਨੇ ਧਰਮ ਮੰਨ ਲਿਆ ਹੈ, ਜੋ ਕਿ ਹੈ ਸਭਿਅਤਾਵਾਂ ਨੇ, ਹਿੰਦੂ, ਮੁਸਲਿਮ, ਸਿੱਖ, ਈਸਾਈ ਜਾਂ ਹੋਰ ਬੋਧੀ, ਜੈਨੀ, ਜੋ ਵੀ ਜਿਸ ਨੂੰ ਇਨਸਾਨ ਨੇ ਬਾਹਰ ਦ੍ਰਿਸ਼ਟਮਾਨ ਹੋਣ ਕਰਕੇ ਉਹਨਾਂ ਨੂੰ ਆਪਣਾ ਧਰਮ ਮੰਨ ਲਿਆ ਹੈ, ਕਿਉਂਕਿ ਸਰੀਰ ਤੱਕ ਸੀਮਤ ਹੈ ਦਿਮਾਗੀ ਸੋਚ। ਆਮ ਇਨਸਾਨ ਦੀ ਸੁਰਤ ਜਿੱਥੇ ਤੱਕ ਸੀਮਤ ਹੈ ਉੱਥੇ ਤੱਕ ਉਹ ਆਪਣਾ ਦਾਇਰਾ ਬਣਾ ਲੈਂਦਾ ਹੈ। ਪਰ ਜੋ ਬੁੱਧੀਜੀਵੀ ਉਸ ਤੋਂ ਥੋੜਾ ਵੱਖਰਾ ਸੋਚਦੇ ਨੇ ਤੇ ਜੋ ਭਗਤ ਹੋਇਆ ਕਰਦੇ ਨੇ, ਜਿਨ੍ਹਾਂ ਦਾ ਪ੍ਰੇਮ ਪਿਆਰ ਉਸ ਪਰਮਾਤਮਾ ਦੇ ਨਾਲ ਇੱਕ ਮਿੱਕ ਹੋਇਆ ਹੁੰਦਾ ਹੈ ਤੇ ਉਹ ਉਸ ਦੇ ਨਾਮ ਦੇ ਸਮੁੰਦਰ ਦੇ ਵਿੱਚ ਗੋਤੇ ਖਾਂਦੇ ਨੇ, ਉਹਨਾਂ ਦਾ ਸੋਚਣ ਦਾ, ਸਮਝਣ ਦਾ ਤਰੀਕਾ ਆਮ ਇਨਸਾਨ ਤੋਂ ਬੇਹੱਦ ਹੀ ਵੱਖਰਾ ਹੁੰਦਾ ਹੈ ਤੇ ਉਹਨਾਂ ਦੀ ਸੰਸਾਰੀਆਂ ਦੇ ਨਾਲੋਂ ਸੋਚ ਸਮਝ ਬੇਹੱਦ ਅਲੱਗ ਹੋਇਆ ਕਰਦੀ ਹੈ। ਤੇ ਆਮ ਇਨਸਾਨ ਹਜੇ ਕਹਿੰਦਾ ਹੈ ਕਿ ਮੈਂ ਸਭ ਕੁਝ ਜਾਣਦਾ ਹਾਂ, ਮੈਨੂੰ ਸਭ ਕੁਝ ਪਤਾ ਹੈ, ਮੈਂ ਬਹੁਤ ਕੁਝ ਪੜ੍ਹਿਆ ਹੋਇਆ, ਤੇ ਉੱਥੇ ਭਗਤ ਸਭ ਕੁਝ ਜਾਣਦੇ ਹੋਣ ਦੇ ਬਾਵਜੂਦ ਵੀ ਅੱਗੋਂ ਇਹ ਬੋਲਿਆ ਕਰਦੇ ਨੇ, ਕੋਟ ਅਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ।
थोरी, तुम आपन बिरद रखावो, तुमरी शरण तुम्हारी आसा, तुम ही सजन सोहेले, राखो राखण हार दयाला, नानक करके बोले। भगत हमेशा निमरता भाव दे विच ते उहदे अगे निभिया रहिंदा है। उस करते दे विधि दे विधान दे अगे कदे भी किंतु परंतु जा उसते प्रश्न नहीं करता, क्योंकि वह बाहरी दृष्टमान जिहड़े धर्म ने जिन्होंने इंसान धर्म मनी फिरदा उस तो बिल्कुल वख हो करके वह पूरे कायनात दे मालक सीधा और सीधा उस अकाल पुरख महाराज ना परमेश्वर नाल जुड़ जाते हैं तो वह सबना दे हो जाते हैं, क्योंकि परमात्मा सच्चे पातशाह आप खुद अकाल पुरख सतगुर सबना दा भला मनाएगा। ਉਹਦਾ ਕਿਸੇ ਨਾਲ ਵੈਰ नहीं, वो ਸਾਰਿਆਂ ਦਾ ਭਲਾ ਮਨਾਉਂਦਾ ਤੇ ਉਹਨੂੰ ਮੰਨਣ ਵਾਲੇ भी ਸਾਰਿਆਂ ਦੇ ਸਾਂਝੇ ਹੁੰਦੇ ਹਨ ਤੇ ਉਹ ਵੀ ਕਿਸੇ ਇੱਕ ਜਾਤ ਬਰਾਦਰੀ ਸਭਿਅਤਾ ਦੇ ਨਾਲ ਰਿਲੇਟਡ ਨਹੀਂ ਹੋਇਆ ਕਰਦੇ। ਉਹਨਾਂ ਦਾ ਵੀ ਪਸਾਰਾ ਆਮ ਲੋਕਾਂ ਨਾਲੋਂ ਵੱਖਰਿਆਂ ਹਟ ਕੇ ਸਭਨਾਂ ਦੇ ਲਈ ਹੁੰਦਾ ਤੇ ਉਹਨਾਂ ਦਾ ਪਿਆਰ ਵੀ ਸਾਰਿਆਂ ਦੇ ਲਈ ਹੁੰਦਾ, वो किसी विच फर्क नहीं जानते। सो गुरु प्यारिओ, अज विचार होनी है माघ मजन संग साधुआ, तूड़ी करे स्नान, हर का नाम ते आए सुन, सबना नो करदान। माघ का महीना 12 माह का अड अड महीने का देसी महीनों का दे उत्ते विचार गुरबाणी गुरमत की कहती है, इसका आम इंसान की सुरत तो हट के बिल्कुल ही वखरा सोचना, क्योंकि आम इंसान जो थितवार सेवदा, थितवार जो सेवदे से मूर्ख गवार, पूर्णमाशियां संगरांदा नूं मना लेना ते उस नूं समझ के उस वक्त नाम जपण दे विच दोनों चीज़ों च बहुत ज़्यादा अंतर है, बेहद अंतर है। सो गुरु प्यारिओ, जिन्हां ने इहदे दो पक्ष ने, एक संसारी पक्ष तो जिन्हां ने दृष्टमान धर्म के मुताबक जिन्हां ने वेद धर्म नूं नहीं अपनाया ते अपनी रीति रिवाजां विच गच्चत हो गए, उन्हां लोकां ने थितवारां नूं बना लिया ते वेद धर्म तो हट गए। बाणी ब्रह्मा वेद धर्म दृढ़ो, बाणी और ब्रह्मा, ब्रह्मा की जो ब्रह्म नूं बिंद चुका सी ते जो ब्रह्म दे विचों ही लीन हो करके ब्रह्म दे विचों ही उपजया होया, वो कदों होए जदों साचे ते पवना पिया, पवने ते जल होए, जल ते त्रिभुवन साजिया। गुरु प्यारिओ, उस दृष्टमान नूं देखण दे लई आह अखां नहीं चाहिए, ते जिन्हां ने आ अखां ने, जिन्हां ने इन्हां अखां दे नाल धर्म नूं वेख्या, वो सभ्यतावां नूं धर्म मन बैठे, वो सभ्यतावां नूं धर्म मन बैठे ते आपस विच धर्म दे नाम तो लड़न मरण लग गए। वो इंसान नूं इंसान नहीं समझाणदे ते उन्हां लोकां ने 68 तीर्थां नूं 68 तीर्थां नूं मनना शुरू कर दिता, ਜਿਹੜੇ कि जिन्ने भी तीर्थ हैं गंगा के किनारे बने हुए सन। गंगा नदी जिन्हों के लखां देवी देवतिया ने, कोट देवी देवतिया ने पूजिया, जिन्हों बहुत ज़्यादा पवित्र मन्निया पुराने सभ्यतावां ने।
ਉਹ ਸੱਭਿਅਤਾਵਾਦੀ ਲੋਕਾਂ ਨੇ ਇੱਕ ਮਹੀਨਾ ਬਣਾ ਲਿਆ, ਜਦੋਂ ਮਾਘ ਦਾ ਮਹੀਨਾ ਆਉਂਦਾ ਜੀ, ਤੀਰਥਾਂ ਦੇ ਇਸ਼ਨਾਨ ਕਰੀਏ, ਬਹੁਤ ਵਧੀਆ ਹੁੰਦੇ ਆ। ਪਰ ਜਿਨ੍ਹਾਂ ਨੇ ਧਰਮ ਨੂੰ ਜਾਣਿਆ, ਉਹ ਕੌਣ ਸਨ? ਉਹ ਭਗਤ ਹੋ ਗਏ, ਉਹਦੇ ਪਿਆਰ ਵਾਲੇ ਗੁਰਮੁਖ ਹੋ ਗਏ, ਗੁਰਸਿੱਖ ਹੋ ਗਏ। ਸਿੱਖ ਦਾ ਭਾਵ ਹੀ ਉਦੋਂ ਪ੍ਰਗਟ ਹੁੰਦਾ ਹੈ। ਸਿੱਖ ਹੈ ਹੀ ਉਹ ਜਿਹਨੂੰ ਗੁਰਮਤਿ ਦਾ ਤੇ ਜਿਹਨੂੰ ਧਰਮ ਦਾ ਪਤਾ ਲੱਗ ਜਾਵੇ। ਜਿਹਨੂੰ ਧਰਮ ਦਾ ਪਤਾ ਲੱਗ ਗਿਆ ਉਹ ਸਿੱਖ ਹੈ। ਉਹ ਕਿਸੇ ਸੱਭਿਅਤਾ ਵਿੱਚੋਂ ਆ ਜਾਵੇ, ਭਾਵੇਂ ਹਿੰਦੂ ਸੱਭਿਅਤਾ ਵਿੱਚ ਉੱਠ ਕੇ ਆ ਜਾਵੇ, ਭਾਵੇਂ ਮੁਸਲਮਾਨ 'ਚ ਉੱਠ ਕੇ ਆ ਜਾਵੇ। ਸਿੱਖ ਦਾ ਭਾਵ ਹੀ ਲਰਨਰ ਹੈ, ਸਿੱਖਣ ਵਾਲਾ, ਸਟੂਡੈਂਟ ਹੈ। ਜਿਹਨੂੰ ਸੱਚ ਦਾ ਪਤਾ ਲੱਗ ਗਿਆ ਉਹ ਸਿੱਖ ਹੈ। ਤੇ ਜਿਹਨੂੰ ਸੱਚ ਦਾ ਪਤਾ ਲੱਗਿਆ, ਉਹਨਾਂ ਦੀ ਖੋਜ ਹੈ ਧੁਰਕੀ ਬਾਣੀ, ਉਹਨਾਂ ਨੂੰ ਪ੍ਰਗਟ ਹੋਈ ਹੈ। ਅਗਰ ਕੋਈ ਤੁਹਾਨੂੰ ਕਹਿੰਦਾ ਕਿ ਇੰਨੇ ਭਗਤਾਂ ਦੀ ਬਾਣੀ, ਇੰਨੇ ਗੁਰੂਆਂ ਦੀ ਬਾਣੀ, ਤਾਂ ਭਲਿਓ ਇਹਦੇ ਵਿੱਚ ਕਿਸੇ ਵੀ ਭਗਤ ਦੀ ਤੇ ਕਿਸੇ ਵੀ ਗੁਰੂ ਦੀ ਬਾਣੀ ਦਰਜ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸ ਵਿੱਚ ਧੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਇਹ ਧੁਰੋਂ ਉਤਰੀ, ਪਰ ਉਤਾਰਾ ਉਹਨਾਂ ਨੂੰ ਹੋਇਆ ਜਿਹੜੇ ਉਹਦੇ ਹੋ ਗਏ, ਜਿਨ੍ਹਾਂ ਨੇ ਉਹਨੂੰ ਜਪਿਆ ਤੇ ਉਹ ਉਹਦੇ ਵਰਗੇ ਹੋ ਗਏ। ਉਹਨਾਂ ਨੂੰ ਉਤਰੀ ਹੈ ਇਹ ਧੁਰਕੀ ਬਾਣੀ। ਬਾਣੀ ਇੱਕੋ ਹੀ ਸੀ, ਬਾਣੀ ਆਦਿ ਅੰਤ ਤੋਂ ਸੀ। ਅਰਬਦ ਨਰਬਦ ਧੰਦੂ ਭਾਰਾ, ਧਰਨਾ ਗਗਨ ਹੁਕਮ ਅਪਾਰਾ। ਜਦੋਂ ਕੁਛ ਪੀ ਨਹੀਂ ਸੀ, ਉਦੋਂ ਪੀ ਬਾਣੀ ਸੀ। ਓਂਕਾਰ ਦੇ ਰੂਪ ਵਿੱਚ ਸੀ। ਉਹ ਦ੍ਰਿਸ਼ਟਮਾਨ ਨਹੀਂ ਸੀ, ਉਹ ਕਾਲ ਤੋਂ ਰਹਿਤ ਹੈ, ਅਕਾਲ ਹੈ। ਉਹਦਾ ਕਿਸੇ ਨਾਲ ਵੈਰ ਨਹੀਂ, ਉਹ ਨਿਰਵੈਰ ਹੈ। ਤੇ ਉਹ ਥਿਤਵਾਰਾਂ ਦੇ ਵਿੱਚ ਨਹੀਂ ਆਉਂਦਾ। ਤੇ ਉਹਨਾਂ ਨੂੰ, ਭਗਤਾਂ ਨੂੰ, ਜਦੋਂ ਇਹ ਬਾਣੀ ਉਤਰੀ, ਗੁਰੂਆਂ ਨੂੰ ਬਾਣੀ ਉਤਰੀ, ਉਹਨਾਂ ਨੇ ਗੁਰਮਤਿ ਦੱਸੀ ਹੈ ਕਿ ਬਾਣੀ ਕੀ ਕਹਿੰਦੀ ਹੈ। ਮਾਘ ਮਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ। ਮਾਘ ਦੇ ਮਹੀਨੇ ਵਿੱਚ ਜਿਹੜੇ ਲੋਕ ਤੀਰਥਾਂ ਨੂੰ ਜਾਂਦੇ ਸੀ, ਉਹਨਾਂ ਨੂੰ ਕਿਹਾ ਤੀਰਥ ਨਹਾਵਣ ਜਾਈਏ। ਤੀਰਥ ਨਾਮ ਹੈ, ਵੀ ਨਾਮ ਹੀ ਉਸ ਪਰਮਾਤਮਾ ਦਾ ਤੀਰਥ ਹੈ। ਮਾਘ ਮਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ। ਉਸ ਮਹੀਨੇ ਦੇ ਵਿੱਚ ਤੁਸੀਂ ਜਿੱਥੇ ਵੀ ਸਾਧੂ ਜਿਹੜੇ ਉਹਦੇ ਨਾਮ ਨੂੰ, ਉਸ ਪਰਮਾਤਮਾ ਨੂੰ ਆਪਣੇ ਅੰਦਰ ਨੂੰ ਸਾਧ ਰਹੇ ਨੇ, ਉਹਨਾਂ ਦੀ ਧੂੜੀ ਲੈ। ਕਿਉਂਕਿ ਜਿੱਥੋਂ ਵੀ ਭਗਤ, ਗੁਰਮੁਖ, ਉਹਦੇ ਸੇਵਕ, ਪੀਰ ਪੈਗੰਬਰ ਨਿਕਲੇ, ਉਹਨਾਂ ਦੀ ਚਰਨ ਛੋਹ ਨਾਲ ਅੱਜ ਉੱਥੇ ਤੀਰਥ ਸਥਾਨ ਬਣ ਗਏ। ਤੇ ਉਹਨਾਂ ਦੀ ਚਰਨ ਛੋਹ, ਉਹਨਾਂ ਦੀ ਧੂੜੀ ਲੈ। ਧੂੜੀ ਕਰ ਇਸ਼ਨਾਨ। ਕਰ ਇਸ਼ਨਾਨ ਹੁਣ ਕਿਵੇਂ? ਉਹਨਾਂ ਦੀ ਧੂੜੀ ਕਿਵੇਂ ਲੈਣੀ ਹੈ? ਕੀ ਉਹਨਾਂ ਦੇ ਜਿੱਥੇ ਚਰਨ ਪਏ ਨੇ ਉੱਥੋਂ ਧੂੜ ਚੱਕ ਕੇ ਮੱਥੇ ਨੂੰ ਲਾ ਲੈਣੀ? ਇਹ ਇਸ਼ਨਾਨ ਨਹੀਂ। ਸਾਧੂ ਦੀ ਸੰਗਤ ਵਿੱਚ ਜਾ ਕਰਕੇ ਜੋ ਸਾਧੂ ਨੇ ਗੱਲ ਆਖੀ ਹੈ ਉਸ ਤੇ ਪਹਿਰਾ ਦੇ, ਤੇ ਉਸੇ ਤਰੀਕੇ ਉਸੇ ਪੜ੍ਹਾਈ ਨੂੰ ਕਰਨਾ ਸ਼ੁਰੂ ਕਰ ਦੇ, ਤੇ ਉਸ ਪੜ੍ਹਾਈ ਦੇ ਨਾਲ ਆਪਣੇ ਜੀਵਨ ਨੂੰ ਸੁਧਾਰ ਲਿਆ। ਤੇ ਇਹ ਉਹਦੀ ਧੂੜੀ ਦਾ ਇਸ਼ਨਾਨ ਕਰਨਾ ਹੈ। ਉਸ ਦੀ ਗੱਲ ਨੂੰ ਮੰਨ ਲੈਣਾ, ਅਮਲ ਕਰ ਲੈਣਾ। ਸੁਣੀਐ ਮੰਨੀਐ ਮਨ ਕੀਤਾ ਭਾਉ, ਇਹ ਹੈ ਧੂੜੀ ਕਰ ਇਸ਼ਨਾਨ। ਹਰ ਕਾ ਨਾਮ ਧਿਆਏ, ਸੁਣ ਸਭਨਾ ਨੋ ਕਰ ਦਾਨ। ਇਹ ਹੈ ਹਰ ਕਾ ਨਾਮ ਧਿਆਏ। ਹੁਣ ਹਰ ਕਾ ਨਾਮ, ਧੂੜੀ ਕਰ ਇਸ਼ਨਾਨ ਜੋ ਹੈ, ਹਰ ਕਾ ਨਾਮ ਧਿਆਏ। ਉਸ ਪ੍ਰਭੂ ਪਿਤਾ ਪਰਮੇਸ਼ਵਰ ਦਾ ਜਿਹੜਾ ਤੈਨੂੰ ਨਾਮ ਉਸ ਸਾਧ ਸੰਗਤ ਵਿੱਚ ਪ੍ਰਾਪਤ ਹੋਇਆ ਹੈ, ਜੋ ਤੈਨੂੰ ਮਿਲਿਆ ਹੈ, ਜੋ ਤੈਨੂੰ ਸੋਝੀ ਬਖਸ਼ੀ ਹੈ, ਜੋ ਤੈਨੂੰ ਪਿਆਰਾ ਲੱਗਦਾ ਹੈ, ਉਸ ਦਾ ਨਾਮ ਲੈਣਾ ਕਰ ਸੰਗਤ ਵਿੱਚ ਜਾ ਕਰ। ਕਿਉਂਕਿ ਜਦੋਂ ਇਕੱਲੇ ਜਪਦੇ ਹਾਂ
ਤਾਂ ਇੱਕ ਵਾਰ ਵਾਹਿਗੁਰੂ ਆਖਿਆ ਸਾਨੂੰ ਇੱਕੋ ਵਾਰ ਸੁਣਦਾ ਹੈ, ਆਪਣਾ ਜਪਿਆ ਆਪ ਨੂੰ ਸੁਣਦਾ ਹੈ। ਤੇ ਜਦੋਂ ਸੰਗਤ ਵਿੱਚ ਜਾ ਕਰਕੇ ਅਸੀਂ ਨਾਮ ਜਪਦੇ ਹਾਂ, ਤੇ ਜੇ 100 ਬੰਦਾ ਬੈਠਿਆ ਇੱਕ ਵਾਰੀ ਅਸੀਂ ਵਾਹਿਗੁਰੂ ਆਖਿਆ ਤੇ ਸੰਗਤ ਨੇ ਵੀ ਵਾਹਿਗੁਰੂ ਜਪਿਆ, ਤਾਂ 100 ਵਾਰ ਜਪਿਆ ਹੋਇਆ ਇੱਕ ਹਰ ਇਨਸਾਨ ਦੇ ਕੰਨਾਂ ਵਿੱਚ ਪੈਣਾ, ਉਹ ਮਲਟੀਪਲ ਹੋ ਕਰਕੇ ਪੈਣਾ, ਜਾਣੀ ਕਿ ਬੈਂਕ ਬੈਲੈਂਸ ਵੱਧ ਜਾਣਾ। ਜਿੱਥੇ 1 ਰੁਪਇਆ ਸੀ ਉੱਥੇ 100 ਰੁਪਇਆ ਹੋ ਜਾਣਾ। ਹੁਣ ਬੈਂਕ ਬੈਲੈਂਸ ਵੱਧ ਗਿਆ ਤੇ ਹੁਣ ਜੋ ਮੰਗੋਗੇ ਮਿਲੇਗਾ। ਜਦੋਂ ਖਾਤੇ ਖਾਲੀ ਨੇ ਉਤਨਾ ਚਿਰ ਕੁਛ ਨਹੀਂ ਮਿਲਣਾ। ਤੇ ਅੱਗੇ ਹੁਕਮ ਹੈ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾ। ਜੋ ਤੂੰ ਸੁਣਿਆ ਉਹੀ ਅੱਗੇ ਵੰਡ, ਉਹੀ ਅੱਗੇ ਵੰਡ। ਇਹ ਮਾਘ ਦੇ ਮਹੀਨੇ ਇਹ ਗੁਰਮਤਿ ਦੀ ਵਿਚਾਰ ਹੈ। ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ, ਕਾਮ ਕ੍ਰੋਧ ਨਾ ਮੋਈਐ ਬਿਨਸੈ ਲੋਭ ਸੁਆਨ। ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਸੱਚੇ ਪਾਤਸ਼ਾਹ ਨੇ ਆਖਿਆ ਬਾਣੀ ਦੇ ਵਿੱਚ, ਕਬੀਰ ਜੀ ਦੇ ਦੁਹਰਾਉਂਦੇ ਨੇ, ਕਬੀਰ ਗੰਗ ਜਮਨ ਕੇ ਅੰਤਰੇ ਸਹਿਜੇ ਸੁਣ ਕੇ ਘਾਟ, ਤਹਾਂ ਕਬੀਰੇ ਮਟ ਕੀਆ ਖੋਜਤ ਮੁਨਜਨ ਬਾਟ। ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭੈ ਓੜ, ਹੀਰਾ ਕਿਸਕਾ ਬਾਪਰਾ ਪੂਜੇ ਨਾ ਰਤਨ ਕਰੋੜ। ਹੁਣ ਕਬੀਰ ਜੀ ਕਹਿੰਦੇ ਵੀ ਜਿਹੜੀ ਗੰਗਾ ਜਮਨਾ ਤੇ ਜਾ ਕਰਕੇ ਲੋਕੀ ਆਪਣੇ ਠਾਠ ਤੀਰਥਾਂ ਦੇ ਉੱਤੇ ਜਾ ਕੇ ਇਸ਼ਨਾਨ ਕਰਦੇ, ਉਹ ਤਾਂ ਮੈਂ ਅੰਦਰ ਹੀ ਪਾ ਲਈ ਹੈ, ਆਪਣੇ ਅੰਦਰ ਹੀ ਪਾ ਲਈ। ਕਬੀਰ ਗੰਗ ਜਮਨ ਕੇ ਅੰਤਰੇ ਸਹਿਜ ਸੁਣ ਕੇ ਘਾਟ, ਤਹਾਂ ਕਬੀਰੇ ਮਟ ਕੀਆ ਖੋਜਤ ਮੁਨ ਜਨ ਬਾਟ। ਉਹਨਾਂ ਨੇ ਅੰਦਰ ਹੀ ਉਸ ਨੂੰ ਪਾ ਲਿਆ ਹੈ। ਉਹ ਕਹਿੰਦੇ ਮੈਨੂੰ ਗੰਗਾ ਜਮਨਾ ਜਾ ਕਰਕੇ ਕਿਸੇ 68 ਤੀਰਥਾਂ ਤੇ ਜਾਂ ਤੀਰਥਾਂ ਤੇ ਜਾਣ ਦੀ ਲੋੜ ਨਹੀਂ, ਕਿਉਂਕਿ ਭਗਤਾਂ ਨੂੰ ਪਤਾ ਲੱਗ ਗਿਆ, ਤੀਰਥ ਨਹਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਹੁਣ ਜਿਸ ਇਨਸਾਨ ਨੇ ਕੱਲਾ ਇਮਾਰਤੀ ਪੱਖ ਨੂੰ ਵੇਖ ਕਰਕੇ ਉੱਥੇ ਜਾ ਕਰਕੇ ਕਿਰਾਇਆ ਖਰਚ ਕੇ ਘਰੋਂ ਵੀ ਗਰੀਬ ਦਿਹਾੜੀਆਂ ਵੀ ਤੋੜ ਕਰਕੇ ਉਹਨਾਂ ਤੀਰਥਾਂ ਤੇ ਜਾ ਕਰਕੇ ਮੱਥੇ ਟੇਕ ਕਰਕੇ ਇਹ ਸੋਚ ਲਿਆ ਕਿ ਮੇਰੇ ਪਾਪ ਖਤਮ ਹੋ ਗਏ, ਉਹ ਦ੍ਰਿਸ਼ਟਮਾਨ ਲੋਕਾਂ ਦੁਆਰਾ ਬਣਾਏ ਹੋਏ ਪਖੰਡ ਦੇ ਵਿੱਚ ਫਸ ਕਰਕੇ ਆਪਣੇ ਇਸ ਜਨਮ ਨੂੰ ਵੀ ਵਿਅਰਥ ਕਰ ਲੈਂਦਾ, ਇਸ ਜਨਮ ਨੂੰ ਵੀ ਵਿਅਰਥ ਕਰ ਲੈਂਦਾ। ਤੇ ਜਿਹੜੇ ਭਗਤਾਂ ਨੇ, ਗੁਰੂਆਂ ਨੇ ਧਰਮ ਨੂੰ ਜਾਣਿਆ, ਉਹਨਾਂ ਨੇ ਆਖ ਦਿੱਤਾ ਤੀਰਥ ਨਹਾਵਣ ਜਾਓ ਤੀਰਥ ਨਾਮ ਹੈ। ਤੇ ਉਹ ਨਾਮ ਸਰਬ ਵਿਆਪਕ ਹੈ, ਨਾਮ ਹਰ ਜਗ੍ਹਾ ਵਰਤ ਰਿਹਾ। ਉਹ ਨਾਮ ਕੀ ਹੈ? ਉਹ ਨਾਮ ਹੈ, ਸਾਰੇ ਆਓ ਜਪੀਏ, ਹਾਜ਼ਰੀ ਲਵਾਉਣਾ ਕਰੋ ਜੀ। ਵਾਹਿਗੁਰੂ 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 ਵਾਹਿਗੁਰੂ। ਅੰਤਰ ਨੂੰ ਖੋਜ ਲੈਣਾ ਤੇ ਅੰਤਰ ਦੇ ਵਿੱਚ ਹੀ ਖੁਦ ਨੂੰ ਜਦੋਂ ਮੇਲ ਹੋਵੇਗਾ, ਸੁਰਤ ਦਾ, ਤੁਹਾਡੀ ਸੁਰਤ ਦਾ ਟਿਕਾ ਆ ਕਰਕੇ ਸੁਰਤ ਦਾ ਸ਼ਬਦ ਦੇ ਨਾਲ ਮੇਲ ਹੋਣਾ ਹੀ ਆਤਮਾ ਔਰ ਪਰਮਾਤਮਾ ਦਾ ਮੇਲ ਆਖਦਾ, ਉਹ ਤੁਹਾਡਾ ਤੀਰਥ ਹੈ। ਤੇ ਉਹਦੇ ਲਈ ਇਹ ਸਰੀਰ ਦਾ ਕਿਸੇ ਇਮਾਰਤ ਦੇ ਕੋਲੇ ਚਲੇ ਜਾਣਾ, ਉੱਥੇ ਮੱਥੇ ਟੇਕਣਾ ਇੰਨਾ ਮਾਇਨੇ ਨਹੀਂ ਰੱਖਦਾ ਜਿੰਨਾ ਤੁਹਾਡਾ ਗੁਰੂ ਘਰ ਜਾਂ ਕਿਸੇ ਤੀਰਥ ਤੋਂ ਆ ਕਰਕੇ, ਕਿਸੇ ਸਾਧੂ ਦੀ ਸੰਗਤ ਕਰਕੇ, ਉੱਥੋਂ ਨਾਮ ਲੈ ਕਰਕੇ ਰੋਜ਼ਾਨਾ ਨਿਤਾ ਪ੍ਰਤੀ ਉਸ ਨਾਮ ਨੂੰ ਜਪਣਾ ਤੇ ਆਪਣੇ ਹਿਰਦੇ 'ਚ ਵਸਾਉਣਾ, ਤੇ ਆਪਣੇ ਹਿਰਦੇ ਅੰਦਰੋਂ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ।
अंदरों ही सब कुछ मिलेगा। गुर ज्ञान साचा थान तीरथ, दस पूर्व सदा दशहरा, हो नाम हर का सदा जाचो देहो, प्रभ धरनी तरा। संसार रोगी नाम दारू, मैल लागे सच बिना गुरवाक, निर्मल सदा चानन नित साच, तीरथ मजन। बाणी स्पष्ट है, बाणी लिहाज नहीं करती, बाणी लिहाज नहीं करती। बाणी कदे ये नहीं वेखदी कि सामने कौन है, कि बहुत उच्च कोटि का इंसान आया या कोई MLA या कोई पार्टी बाजी वाला आया, नहीं। बाणी उस अकाल दी है, तुरकी बाणी आई है, तो उसका किसी नाल वैर भी नहीं, तो उसनों किसी का भै भी नहीं। बाणी विच निरोल सच है, ते जो आख दिता बाणी दे विच ओ सदा ही सच है। आद सच, जुगाद सच, है भी सच, नानक होसी भी सच। ये सदा ही सच रहना। बाणी दे विच आखी गई एक एक गल सच है। तीरथ नावा जे तिस भावा, विण भाणे के नाए करी। भगतां ने एक ये भी गल कही, तीर्थ नावा जे तिस भावा, विण भाणे के नाए करी। जे ओनू भाउंदा, जे ओनू भाउंदा ते मैं तीर्थ करा, ते वो तां मेरे हिरदे विच वसिया, वो मेरे हिरदे विच वसिया, मैनू ओनू बाहर लभण जाण दी लोड़ ही नहीं। वो मेरे हिरदे विच वसिया, ते जिहड़ा आम संसारी इंसान है वह बाहर लभ रहा, बाहर लभ रहा। कदे किसे कोल जांदा है, कदे किसे दे मत्थे टेकदा, कदे किसे दे मत्थे टेकदा, कदे किसे कोलों अरदासां करांदा, कदे किन्ने पैसे दिंदा। वो बिजनेस कर रहा। आम संसारी इंसान दृष्टमान धर्म नूं मन्नी बैठता है, पर जिसनों धर्म की सोझी हो गई, उन्होंने पता है कि धर्म है कि उन्होंने पता लग जाता। उन्होंने पता है सर्व धर्म में श्रेष्ठ धर्म, हर को नाम जप निर्मल कर। उस प्रभु पिता परमेश्वर सच्चे पातशाह वाहिगुरु का जो नाम है, उसनों जपना ते निर्मल कर्म करना ही धर्म है। उसनों कोई नाम नहीं दिता सच्चे, उस मां अकाल पुरख ने कोई नाम नहीं दिता कि जिन्हें जप लिया वो हिंदू बन जाएगा, या जिन्हें जप लिया मुसलमान बन जाएगा, जिन्हें जप लिया सिख नहीं। सिख भी भाव स्टूडेंट है जिन्हों धर्म का पता लग गया, पर धर्म का नाम सिख नहीं है, ते ना ही धर्म का नाम हिंदू है, ना ही धर्म का नाम मुसलमान। ये सभ्यतावां ते सिख उन्हां तो वख है। वख किवें है? इन्हां दोनों सभ्यतावां या किसी भी सभ्यतावां दे विचों आ करके जिसनों धर्म का पता लग जाए, बाणी पढ़ के या किसी साधु संत की संगत करके उसनों सच का ज्ञान हो जाए, जिसनों सच का ज्ञान हो गया वो सिख है। वो सिख है ते सच दे लई सिर कटाउण वाला सिंह है खालसा। इस चीज़ नूं समझण दे लई ना साडा सोच का दायरा बेहद बेअंत चाहिए, ते छोटी सोच के दायरे वाले आपस में लड़ मरते हैं, धर्म के लिए लड़ मरते हैं। जिन्हां ने परमात्मा नूं नहीं वेखिया वो आपस दे विच लड़ते मरते, ते जिन्हां ने परमात्मा नूं प्यार नाल अपने अंदर पूजिया है, अपने अंदर वेख्या, उन्हां दा सारियां नाल प्यार। माग पुनीत भई तीरथ अंतर जाने। हुण बाणी विच ये आख्या कि तीरथ अंतर जाने। हुण अंतर तो उही जानेगा जिन्हें आप अध्यात्मिकता दे लई भुख रखी हो, अपने अंदर नूं जानण दी भुख रखी हो। जिन्हें भुख ही बाहर ही रखी है
ਜਿਹਦੀ ਅਰਦਾਸ ਵੀ ਮੱਥਾ ਟੇਕਣ ਲੱਗੇ ਇਹ ਹੋਵੇ ਕਿ ਮੈਨੂੰ ਆਹ ਚੀਜ਼ ਮਿਲ ਜਾਵੇ, ਮੈਨੂੰ ਉਹ ਚੀਜ਼ ਮਿਲ ਜਾਵੇ, ਸੱਚੇ ਪਾਤਸ਼ਾਹ ਮੇਰੇ ਆਹ ਕਾਰਜ ਰਾਸ ਹੋ ਜਾਣ, ਉਹ ਅੰਦਰ ਨੂੰ ਕਿਵੇਂ ਜਾਣੇ? ਉਹਦੀ ਤਾਂ ਭੁੱਖ ਹੀ ਬਾਹਰ ਹੀ ਹੈ। ਤੇ ਮਾਘ ਦੇ ਮਹੀਨੇ ਦੀ ਗੱਲ ਗੁਰਮਤਿ ਦੇ ਵਿੱਚ ਜਿੱਥੇ ਵੀ ਕੀਤੀ ਹੈ, ਉਹਦੇ ਵਿੱਚ ਧੂੜੀ ਕਰ ਇਸ਼ਨਾਨ ਵੀ ਉਸ ਹਰੀ ਦੇ ਨਾਮ ਨੂੰ ਜਪਣ ਦੀ ਹੀ ਗੱਲ ਕੀਤੀ। ਬਾਣੀ ਦਾ ਇੱਕ ਓਂਕਾਰ ਤੋਂ ਸ਼ੁਰੂ ਹੋ ਕਰਕੇ ਪਹਿਲੇ ਮੂਲ ਮੰਤਰ ਨੂੰ ਸਮਝਾਉਣ ਕਰਕੇ ਹੀ ਇਤਨਾ ਵਿਸ਼ਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਰਚਨਾ ਹੋਈ। ਅੱਗੇ ਦੀ ਅੱਗੇ ਸਮਝਾਉਂਦਿਆਂ ਜੇ ਕਿਸੇ ਜ਼ਿਮੀਦਾਰ ਕੋਲੇ ਗਏ ਉਹਨੂੰ ਉਹਦੀ ਭਾਸ਼ਾ 'ਚ ਸਮਝਾਇਆ, ਮਨ ਹਾਲੀ ਕਿਰਸਾਨੀ ਕਰਨੀ, ਸ਼ਰਮ ਪਾਣੀ ਤਨ ਖੇਤ, ਉਹਨੂੰ ਉਹਦੇ ਤਰੀਕੇ ਨਾਲ ਸਮਝਾਇਆ। ਤੇ ਜਿਹੜੇ ਸਾਧੂ ਸੰਤ ਆਪ ਪਹਾੜਾਂ ਤੇ ਪਰਬਤਾਂ ਤੇ ਲੋਕਾਂ ਤੋਂ ਆਮ ਸੰਸਾਰੀ ਦੁਨੀਆ ਨੂੰ ਛੱਡ ਕਰਕੇ ਬੈਠ ਗਏ ਸੀ, ਜਿਹੜੇ ਸਿੱਧ ਪਰਬਤਾਂ 'ਚ ਛੁਪ ਕਰਕੇ ਬੈਠ ਗਏ ਸੀ, ਜਿਨ੍ਹਾਂ ਬਾਰੇ ਪਾਤਸ਼ਾਹ ਨੇ ਆਖਿਆ ਕੌਣ ਜਗਤ ਕੋ ਪਾਰ ਤਾਰਾ। ਇਹਦਾ ਮਤਲਬ ਉਹਨਾਂ 'ਚ ਤਾਕਤ ਹੈ ਸੀ ਜਗਤ ਨੂੰ ਪਾਰ ਤਾਰਨ ਦੀ, ਪਰ ਉਹ ਆਪਣੀ ਜ਼ਿੰਮੇਵਾਰੀ ਨੂੰ ਛੱਡ ਗਏ ਸੀ। ਤੇ ਗੁਰੂ ਪਾਤਸ਼ਾਹ ਨੇ ਉਹਨਾਂ ਨਾਲ ਜਾ ਕਰਕੇ ਵੀ ਵਿਚਾਰਾਂ ਕੀਤੀਆਂ, ਉਹਨਾਂ ਨੂੰ ਆਮ ਲੋਕਾਈ ਨੂੰ ਸੱਚ ਦੱਸਣ ਬਾਰੇ ਆਖਿਆ। ਤੇ ਜਿਨ੍ਹਾਂ ਨੇ ਧਰਮ ਨੂੰ ਲੁਕੋਇਆ, ਧਰਮ ਦੀ ਗੱਲ ਨੂੰ ਲੁਕੋਇਆ, ਉਹਨਾਂ ਨੇ ਸਭਿਅਤਾਵਾਂ ਤੇ ਜਾਤ ਬਰਾਦਰੀਆਂ ਬਣਾਈਆਂ ਨੇ। ਤੇ ਜਿਨ੍ਹਾਂ ਨੇ ਧਰਮ ਨੂੰ ਦੱਸਿਆ, ਉਹਨਾਂ ਨੇ ਸਾਰਿਆਂ ਨੂੰ ਇੱਕ ਹੋਣ ਬਾਰੇ ਆਖਿਆ। ਸਾਰਿਆਂ ਦੇ ਵਿੱਚ ਉਸ ਪਰਮਾਤਮਾ ਦੀ ਜੋਤ ਵੇਖਣ ਨੂੰ ਆਖਿਆ, ਇੱਕ ਸੇ ਅੰਬਾਰਕ ਆਖਿਆ। ਤੇ ਜਿਹੜੇ ਹਜੇ ਵੀ ਉਹਨਾਂ ਲੋਕਾਂ ਦੀ ਗੱਲਾਂ ਦੇ ਵਿੱਚ ਫਸੇ ਨੇ, ਜਿਵੇਂ ਉਹਨਾਂ ਦੇ ਅਰਥ ਵੀ ਉਹ ਆਪਣੀ ਸੋਚ ਦੇ ਮੁਤਾਬਕ ਬਾਣੀ ਨੂੰ ਜਿੰਨਾ ਕੁ ਉਹਨਾਂ ਨੂੰ ਆਪਣਾ ਸਮਝ ਆਉਂਦੀ ਉਹਨਾਂ ਕੁ ਕਰਦੇ ਨੇ, ਜਿੰਨਾ ਕੁ ਉਹਨਾਂ ਨੂੰ ਪਸੰਦ ਹੁੰਦਾ। ਜਿੱਥੇ ਅੱਗੇ ਗੱਲ ਉਹਨਾਂ ਤੇ ਟੁੱਕਦੀ ਹੋਵੇ ਉਸ ਤੋਂ ਪਾਸੇ ਹਨ। ਉਹਨਾਂ ਲੋਕਾਂ ਨੇ ਧਰਮ ਦੀ ਸਟੇਜ ਤੇ ਬੈਠ ਕਰਕੇ, ਬਾਪੂ ਦੇ ਸਾਹਮਣੇ ਬੈਠ ਕਰਕੇ ਆਪਸ 'ਚ ਪਵਾੜੇ ਪਵਾ ਦਿੱਤੇ, ਆਪਸ ਦੇ ਵਿੱਚ ਵੈਰ ਵਿਰੋਧਤਾਵਾਂ ਪਵਾ ਦਿੱਤੀਆਂ। ਬਲਕਿ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰੀ ਦੇ ਵਿੱਚ ਬੈਠ ਕਰਕੇ, ਧਰਮ ਦੀ ਸਟੇਜ ਤੇ ਬੈਠ ਕਰਕੇ, ਸਿਵਾਏ ਧਰਮ ਦੀ ਗੱਲ ਤੋਂ ਛੁੱਟ, ਉਸ ਨਾਮ ਦੀ ਗੱਲ ਤੋਂ ਛੁੱਟ ਦੂਜੀ ਗੱਲ ਹੋ ਹੀ ਨਹੀਂ ਸਕਦੀ। ਕਿਸੇ ਦੀ ਵਿਰੋਧਤਾ ਦੀ ਗੱਲ ਹੋ ਹੀ ਨਹੀਂ ਸਕਦੀ। ਜੋ ਵੀ ਇੱਥੇ ਦਰ ਤੋਂ ਅੰਦਰ ਆ ਗਿਆ, ਉਹ ਸੰਗਤ ਦਾ ਰੂਪ ਹੋ ਜਾਂਦਾ, ਉਹਦੀ ਕੋਈ ਜਾਤ ਬਰਾਦਰੀ ਨਹੀਂ ਰਹਿ ਜਾਂਦੀ। ਉਹ ਸੱਚੇ ਪਾਤਸ਼ਾਹ ਜੀ ਦੀ ਗੋਦ ਵਿੱਚ ਆ ਗਿਆ, ਸੰਗਤ ਬਣ ਗਿਆ, ਸੰਗਤ ਦਾ ਰੂਪ ਹੋ ਗਿਆ। ਤੇ ਜਦੋਂ ਸੰਗਤ ਬਣ ਗਈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਗਤ ਬਣ ਗਈ, ਤੇ ਉੱਥੇ ਨਾਮ ਦਾ ਪਹਿਰਾ ਝੂਲਣ ਲੱਗਾ। ਤੇ ਨਾਮ ਦਾ ਪਹਿਰਾ ਕਿਵੇਂ ਝੂਲਦਾ, ਉਹ ਸਾਂਝ ਪਾਈਏ, ਵਾਹਿਗੁਰੂ 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 ਸਾਜਨ ਸਹਿਜ ਮਿਲੇ ਗੁਣ ਗਹਿ ਅੰਕ ਸਮਾਏ।
ਸਾਜਨ ਸਹਿਜ ਮਿਲੇ, ਉਹ ਸਹਿਜਤਾ ਦੇ ਨਾਲ ਮਿਲਦਾ ਹੈ। ਸਹਿਜਤਾ ਆਉਂਦੀ ਕਦੋਂ ਹੈ? ਸਹਿਜਤਾ ਇੱਕਦਮ ਨਹੀਂ ਆਉਂਦੀ, ਕਿਉਂਕਿ ਮਨ ਜਿਹੜਾ ਉਹ ਚੰਚਲ ਹੈ। ਉਹ ਹਰ ਵਕਤ ਕੋਟਾਂ ਮੀਲਾਂ ਕਿਲੋਮੀਟਰਾਂ ਦੀ ਇੱਕ ਪਲ ਛਿਨ ਦੇ ਵਿੱਚ ਆਪਣੀ ਦੂਰੀ ਤੈਅ ਕਰ ਜਾਂਦਾ ਹੈ। ਜੇ ਸੰਗਤ ਵਿੱਚ ਬੈਠਿਆ ਤੇ ਉਹਨੇ ਦੂਰ ਦੀਆਂ ਆਪਣੀਆਂ ਚਿੰਤਾਵਾਂ ਚੇਤਨਾ ਨੂੰ ਦੂਰ ਲੈ ਜਾ। ਉਹ ਸਰੀਰ ਤੋਂ ਵੱਖ ਹੈ, ਉਹ ਆਤਮਾ ਨਾਲ ਜੁੜਿਆ ਹੈ, ਆਤਮਾ ਦੀ ਚੇਤਨਾ ਮਾਤਰ ਹੈ। ਅੱਖ ਦਾ ਹੋਣਾ ਤੇ ਅੱਖ ਦੇ ਵਿੱਚ ਦ੍ਰਿਸ਼ਟੀ ਦਾ ਹੋਣਾ ਦੋਨੇ ਵੱਖਰਾ ਵੱਖਰਾ ਪਾਸਾ ਹੈ। ਉਸੇ ਤਰੀਕੇ ਇਹ ਸਰੀਰ ਦਾ ਹੋਣਾ ਤੇ ਸਰੀਰ ਦੇ ਵਿੱਚ ਆਤਮਾ ਦਾ ਹੋਣਾ ਤੇ ਆਤਮਾ ਦੇ ਅੱਗੋਂ ਚੇਤਨਾ ਦਾ ਹੋਣਾ ਦੋਨੇ ਵੱਖਰੇ ਵੱਖਰੇ। ਤੇ ਜਿਸ ਨੇ ਸਾਰੀ ਜ਼ਿੰਦਗੀ ਉਸ ਪਰਮਾਤਮਾ ਦਾ ਨਾਮ ਸੰਗਤ ਵਿੱਚ ਆ ਕਰਕੇ ਨਹੀਂ ਜਪਿਆ, ਆਪਣੇ ਅੰਤਰ ਨੂੰ ਖੋਜਣ ਦੀ ਨਹੀਂ ਕੋਸ਼ਿਸ਼ ਕੀਤੀ, ਬਾਹਰ ਮੁਖੀ ਰਿਹਾ, ਸੰਸਾਰਵਾਦੀ ਰਿਹਾ, ਰਿਸ਼ਤੇਦਾਰੀਆਂ ਭਰਮ ਭੁਲੇਖਿਆਂ ਦੇ ਵਿੱਚ ਹੀ ਡੁੱਬਿਆ ਰਿਹਾ, ਆ ਦੂਜਿਆਂ ਦੇ ਗੁਣ ਔਗਣਾਂ ਨੂੰ ਵੇਖਦਾ ਰਿਹਾ, ਉਹ ਇਨਸਾਨ ਅਖੀਰ ਪਲ ਵੀ ਭੁੱਲ ਜਾਵੇ ਕਿ ਉਸ ਨੂੰ ਪਰਮਾਤਮਾ ਦਾ ਨਾਮ ਚੇਤੇ ਆਵੇ। ਕਿ ਜਿਸ ਤਰਫ ਉਸ ਦੀ ਚੇਤਨਾ ਹੋਏਗੀ ਆਖਰੀ ਪਲ ਦੇ ਵਿੱਚ, ਉਸ ਦਾ ਅਗਲਾ ਜਨਮ ਉਹ ਚੇਤਨਾ ਤੈਅ ਕਰਦੀ ਹੈ ਕਿ ਉਸਨੇ ਜਾਨਵਰ ਦੀ ਜੂਨੇ ਜਾਣਾ ਜਾਂ ਕਿਸ ਦੀ ਜੂਨੇ ਜਾਣਾ, ਉਸਨੇ ਕਿਸ ਦੀ ਜੂਨ ਜਾਣਾ ਹੈ, ਉਸ ਦੀ ਆਖਰੀ ਚੇਤਨਾ ਤੈਅ ਕਰਦੀ ਹੈ। ਇਹ ਸਰੀਰ ਨਾਸ਼ਵਾਨ ਹੈ। ਜੋ ਸਰੀਰ ਨੂੰ ਖੁਦ ਸਮਝੀ ਬੈਠੇ ਨੇ ਉਹ ਬਹੁਤ ਭੁਲੇਖੇ 'ਚ ਨੇ। ਇਹ ਸਰੀਰ ਇੱਕ ਘਰ ਹੈ ਜਿਹਦੇ ਵਿੱਚ ਅਸੀਂ ਰਹਿਣ ਆਏ। ਆਤਮਾ ਲਿੰਗ ਭੇਦ ਤੋਂ ਵੱਖ ਹੈ, ਉਹਦਾ ਅੰਸ਼ ਹੈ, ਪਰ ਉਹਦੇ ਕੀਤੇ ਹੋਏ ਕਰਮਾਂ ਕਰਕੇ ਉਹ ਭਟਕ ਰਹੀ ਹੈ, ਜਨਮ ਮਰਨ ਦੇ ਚੱਕਰ ਵਿੱਚ ਭਟਕ ਰਹੀ ਹੈ। ਤੇ ਜਨਮ ਮਰਨ ਨਿਵਾਰਨ ਦੇ ਲਈ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਵਾਰੀ ਮਿਲੀ ਹੈ। ਕਈ ਨਿਆਣੇ ਖੇਡਦੇ ਖੇਡਦੇ ਕਹਿੰਦੇ ਨੇ ਮੈਂ ਨਹੀਂ ਖੇਡਣਾ, ਮੈਨੂੰ ਵਾਰੀ ਨਹੀਂ ਦਿੰਦੇ, ਤੇ ਜਦੋਂ ਵਾਰੀ ਮਿਲ ਜਾਂਦੀ ਬੜੇ ਖੁਸ਼ ਹੁੰਦੇ, ਤੇ ਜੇ ਉਹਨਾਂ ਨੂੰ ਖੇਡਣਾ ਨਾ ਆਵੇ, ਆਊਟ ਹੋ ਜਾਂਦੇ, ਫਿਰ ਬੜੇ ਰੋਂਦੇ ਨੇ ਕਿ ਮੈਨੂੰ ਤਾਂ ਪਹਿਲੀ ਵਾਰੀ 'ਚ ਆਊਟ ਕਰ ਦਿੱਤਾ। ਤੇ ਸਾਡੇ ਨਾਲ ਵੀ ਹੋਣਾ, ਜੇ ਅਸੀਂ ਆਪਣੀ ਜਿਹੜੀ ਵਾਰੀ ਮਿਲੀ ਹੈ ਨਾ ਸੰਸਾਰ ਸਮੁੰਦਰ ਦੇ ਵਿੱਚ ਆ ਕਰਕੇ, ਇਸ ਭੌਜਲ ਦੇ ਵਿੱਚੋਂ, ਜੇ ਸਾਨੂੰ ਬਾਣੀ ਦੇ ਰਾਹ ਦੇ ਉੱਤੇ ਚੱਲਣ ਦੀ ਕਿਸੇ ਨੇ ਅਕਲ ਨਾ ਦਿੱਤੀ ਜਾਂ ਅਸੀਂ ਖੁਦ ਲੈਣੀ ਨਾ ਚਾਹੀ, ਤਾਂ ਸੰਸਾਰ ਦੇ ਸਮੁੰਦਰ ਦੀ ਇਹ ਜਿਹੜੀ ਵਾਰੀ ਹੈ ਅਸੀਂ ਖੁੰਝਾ ਲੈਣੀ, ਤੇ ਅਸੀਂ ਆਪਸੀ ਵਿਰੋਧਤਾ ਦੇ ਵਿੱਚ ਇੱਕ ਦੂਸਰੇ ਦੇ ਗੁਣ ਔਗਣਾਂ ਦੇ ਵਿੱਚ ਵੜ ਕਰਕੇ ਆਪਣੀ ਜ਼ਿੰਦਗੀ ਨੂੰ ਖਰਾਬ ਕਰ। ਸੰਗਤ ਵਿੱਚ ਆ ਕਰਕੇ ਸਾਧ ਸੰਗਤ ਭਜ ਕੇਵਲ ਨਾਮ, ਕੇਵਲ ਨਾਮ, ਕੇਵਲ ਨਾਮ ਦੀ ਹੀ ਗੱਲ ਹੋਣੀ ਜ਼ਰੂਰੀ ਹੈ। ਇਸ ਤੋਂ ਛੁੱਟ ਦੂਜੀ ਕੋਈ ਗੱਲ ਹੋ ਹੀ ਨਹੀਂ ਸਕਦੀ। ਤੇ ਨਾਮ ਹੈ ਕਿ ਨਾਮ ਉਸ ਪਰਮਾਤਮਾ ਦਾ ਜੋ ਤੁਹਾਨੂੰ ਪਸੰਦ ਆ ਲੈ ਸਕਦੇ। ਤੁਹਾਡੀ ਸੰਤੁਸ਼ਟੀ ਹੋਣੀ ਜ਼ਰੂਰੀ ਹੈ। ਤੇ ਨਾਮ ਔਰ ਧਰਮ ਦੀ ਭੁੱਖ ਤੁਹਾਡੀ ਆਪਣੀ ਹੈ। ਕੋਈ ਤੁਹਾਨੂੰ ਨਹੀਂ ਧੱਕੇ ਨਾਲ ਧਰਮ ਨਹੀਂ ਅਪਣਵਾ ਸਕਦਾ। ਤੁਹਾਡੀ ਜੇ ਭੁੱਖ ਨਹੀਂ ਤੇ ਤੁਹਾਨੂੰ ਕੋਈ ਕਹਿ ਨਹੀਂ ਸਕਦਾ ਕਿ ਭਾਈ ਧਰਮ ਅਪਣਾ ਲਓ, ਨਹੀਂ। ਜੇ ਤੁਸੀਂ ਕਿਸੇ ਤੋਂ ਪ੍ਰਭਾਵਿਤ ਹੋ ਕਰਕੇ ਉਸ ਤਰ੍ਹਾਂ ਦੀ ਦਿੱਖ ਬਣਾ ਲਈ ਹੈ, ਜਾਂ ਉਸ ਸਭਿਅਤਾ ਦੇ ਵਿੱਚ ਆ ਗਏ ਹੋ, ਜਾਂ ਉੱਥੇ ਜਨਮ ਲੈਣ ਕਰਕੇ ਉੱਥੇ ਆ ਗਏ ਹੋ, ਤਾਂ ਇਹ ਭੁੱਲ ਜਾਓ ਕਿ ਤੁਸੀਂ ਧਰਮੀ ਹੋ। ਧਰਮ ਦਾ ਪਤਾ ਹੀ ਉਦੋਂ ਲੱਗਣਾ ਜਦੋਂ ਤੁਸੀਂ ਧਰਮ ਦੇ ਉੱਤੇ ਚੱਲਣ ਦੇ ਲਈ ਆਪਣੇ ਅੰਤਰ ਨੂੰ ਖੋਜਣਾ ਸ਼ੁਰੂ ਕਰ ਦਿੱਤਾ। ਅੰਤਰ ਗੁਰ ਆਰਾਧਨਾ, ਜਿਹਬਾ ਜਪ ਗੁਰ ਨਾਉ,
नेतरी सतगुर पेखणा श्रवणी सुनना गुर नाम। सतगुर से तीरतिया दरगह पाइए ठाओ। कहो नानक कृपा करे जिसनो ए वथ दे। जग में उत्तम काढ़िए विरले केई के। जग में उत्तम काढ़िए विरले केई के। उत्थे भीड़ नहीं होनी, उत्थे विरले वाले ही रहना। गुरु प्यारे जे सोच लिया ना कि सारे तर जाएंगे, भुलेखा। ये भुलेखा है। तुसी कितने कहो आ डुगरी पिंड किड्डा वड्डा लुधियाना, कितने क लोकी इस वक्त परमात्मा का नाम जप रहे ने जां इस गुरु ग्रंथ साहिब महाराज की हजूरी अंदर बैठे। तुहानू चुनिया है परमात्मा ने, तुहानू चुन के लैके आंदा है कि आ पुत्र मैं तेनों अपनी गोद विच बिठा करके अपना नाम जपाना करा ते तेनों वारी देवां, तेनों मौका देवां। तुहानू चुन के मौका दिता कि आ संगत विच आ, तेनों नाम जपावां ताकि तेरी जून सुधर जाए। ते आपां ही मौका ना खुंजाइए। आओ लाओ हाजरी। वाहिगुरू 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 वाहिगुरू। काम क्रोध लोभ मोह हंकार अवर पंच हम एक जना है जिहड़े राक्षस ने ना ये जुबान नूं रोकदे ने, जुबान नूं पकड़ लैंदे ने, तुहाडी चेतना नूं आले दुआले खंडा दिंदे ने। ये कहंदे ने तैनूं नाम नहीं जपण देना, इन्हां नाल लड़ना पैना। प्रीतम गुण अंके सुन प्रभ बंके। तुद पावा सरनावा गंग जमन तय बेणी। संगम सात समंद समावा पुण्य दान पूजा परमेश्वर जुग जुग एको जाता। नानक माग महा रस हर जप 68 तीरथ नाता। जेड़ा प्रभु पिता परमेश्वर का उस परमात्मा का अकाल पुरख का नाम जप लैंदा उहदे सारे तीरथ संगत विच आ करके पूरे हो जाते। उहदे नाम नूं ही तीरथ आख्या बाणी। तीरथ नावन जाओ, तीरथ नाम है। ते देखो भगत पीपा जी का बहुत प्यारा शब्द आंदा है गुरु ग्रंथ साहिब जी महाराज जी दे विच। कायो देवा कायो देवल कायो जंगम जाति कायो धूप दीप नहीं बेदा कायो पूजो पाती काया बहु खंड खोजते नव निध पाई ना कछ आएबो ना कछ जाएबो राम की दुहाई। जो ब्रह्मंडे सोई पिंडे जो खोजा सो पावै पीपा प्रणवै परम तत् है सतगुर कोई लिखावे। कायो एक काया दे बारे गल कर भी इस काया दे विच ही मैं उस परमात्मा नूं पूजिया है। एक काया ही पूजनी है, काया नूं जरिया बना। अगर एक गल याद रखियो शरीर का भोजन ते आत्मा का भोजन दोने वखरे ने। ते जेड़े शरीर के भोजन नूं आत्मा का भोजन मनी बैठे ने ते जेड़े आत्मा के भोजन नूं शरीर का भोजन मनी बैठे ने वो दोनों ही गलत है, क्योंकि दोनों वखरे ने। शरीर के ऊपर कोई भी रोग आ जाए उहदे लई दवा दारू सब कुछ है, पर आत्मा का रोग जे मिटाना है तो उसका नाम ही सहाय। ते इस महीने दे विच ही कला गुरु साहब ने नहीं आख्या कि इस महीने कला नाम जपना। गुरु साहब ने नितनेम दिता है। नितनेम नितनेम क्यों दिता? नितनेम इस करके दिता क्योंकि खिन खिन भूलन हार। असी खिन खिन भूलन हार हाँ।
इस करके निता प्रति सच्चे पातशाह ने सानू नाम जपण का हुक्म दिता है। श्वास श्वास उस प्रभु पिता परमेश्वर का वाहिगुरू का नाम जपण का हुक्म दिता है। एक घड़ी आदि हुते आद भगतन सिते गोष्ठ जो किन सो लाभ। जितना चिर भी तुहाडे कोले जपिया जांदा उस पिता परमेश्वर का हाथ पांव कर काम सब चीत नरंजन नाल तुसी भावें काम कार करदे पे हो, उस परमात्मा नाल अपना चित्त जोड़ के रखो। तुहानू कोई सुन समाधियां लाने की जरूरत नहीं। जरूरी नहीं कि इंज बैठना या आ आसन च बैठना या वह आसन च, इस तो गुरमत बहुत परे है। तुसी जो भी काम कर रहे हो वो काम करते भी तुसी उस पिता परमेश्वर का नाम दे नाल चित ला करके रखो, ध्यान लगा करके रखो। देखो तुहाडे कारज भी सफले होणगे ते तुहाडा जीवन भी सफल हो। बाणी दे विच है सण गंगा बैकुंठ लख लख बैकुंठ नाथ लिव लाई। साधु धूड़ दुलंभ है साध संगत सतगुर सरनाई। चरण कवल दल कीम ना पाई। देखो देवी देव सरेव दे जय जयकार वड्डी वडियाई। ये भाई गुरदास जी की वार है। कहते जिस गंगा नू बैकुंठ ते लखां बैकुंठां दे नाथ ने, जिस गंगा के तट ते लिव लाइया ने नाम जपिया, उन्होंने बहुत ज़्यादा उत्थे 68 तीर्थ बने ने, उत्थे जा करके नाम पूजा की है। ते जेड़ा इंसान साधु की संगत विच आ करके साधु की संगत विच आ करके नाम जप लैंदा है, उहदे जपे हुए नाम के उपर ऐसिया लखां गंगा वारिया जा सकती। लखां गंगा वारियां जा सकदियां ने। जो इंसान संगत विच आ करके नाम जपदा है, इतना ज़्यादा नाम जपण दा संगत विच फल है। जेड़े गुरु के प्यारे गुरु प्यारिओ, बड़ी कृपा हुंदी है, सच्चे पातशाह ने बड़ी कृपा की है। आप जी भी अगर जानते हो, कई ऐसे गुरमुख प्यारे जिहड़े गुरु दे नाल जुड़े ने, बाणी नाल जुड़े ने, वो अमृत वेले उठते ने ते नाम जपते ने, ते उन्हां दे नाल संगत करन दा जे तुहानूं मौका मिले ना, कदे उन्हां दे नाल नाम जपो। अपने इत्थे मॉडल टाउन दे विच गुरु नानक गर्ल्स कॉलेज के ओपोजिट उहदे सामने गुरुद्वारा सिंह सभा है, जिथे अखंड कीर्तनी जथे दे सिंह सवेरे अमृत वेला करते हैं। गुरु प्यारिओ, अगर किते खजाना लुटना होवे ना नाम दा, ते बादशाह बनना है, ते ओ वेले जा करके उत्थे भखारी बन जाओ। वो अमृत वेले जा करके तुसी वेखोगे 300-350 संगत नाम दे रसीए ऐ भिजियां होईयां रूहां तुहानूं मिलणगियां। गुरु 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 आ जपदियां। आह, वो किते आनंद है। उत्थे जा करके वेखे 1:30 2 बजे उत्थे सुखनी साहब जी के पाठ, निके निके बच्चे मूँह च वानी बाणियां पढ़ रहे होंगे, नाल संगत गुरु 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 जप रही होंगी है। वो आनंद ही वखरा होंदा। गुरु प्यारे, उन्हां विच जा करके किते वेखो तो सही, किते अज भी मौका मिले तो जा करके वेखो। कोई ज़्यादा दूर नहीं। ते मैं दावा करदा, जेड़ा इंसान उत्थे अमृत वेले चला गया, उहदियां सारियां भुखां लै जाण। ते जाओ जरूर जे तुहानूं मौका मिले। गुरु के सिखां दे विच सिंघां विच जा करके जदों तुसीं अमृत वेला करोगे, नाम बाणी जपोगे ना, ते नाम दा हड़ जदों आउणा ते उहदे विच सारे पाप लै जाणे।
फड़ के ओ जाने तुहाडे सारे पाप। गुर का शब्द काटै कोट कर्म, जन्म जन्म की समन को मल लागी काला हुआ स्या। जदों आपां दुध किसी भांडे च जमाना हुंदा ना, भांडा धोए धूप बैस देवो तो दूधे को जपो, ते आपां नूं भांडा साफ करना पैंदा। ते अपना मन जिहड़ा मैला होया ना उस नूं साफ करन दे लई संगत विच जा करके गुरु दा नाम जपना बेहद जरूरी है। ते आओ आपां लाहा लईए, सारे जने सांझ पाओ जी। वाहिगुरू 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 वाहिगुरू। गुरु प्यारिओ, ये नाम जपिया होया ही अखीर और अगले उस काल विच सहाई हो। दो कालंग प्रनासी दयालंग स्वरूपे सदा अंग संगे अभंगं विभूते। ये दोनों कालों विच सहाई है ते पितरां नूं भी तार दिंदा है, पितरां नूं भी तार दिंदा। खाना पीना नहीं उन्हां दे पल्ले जांदा। जे सोचना असीं मरे हुए बंदे दी बरसी मना रहे तो उन्हें भुलेखा, कोई मरदा है ही नहीं, कोई मरदा ही नहीं। जे मरदा होवे ते अगला जन्म क्यों? शरीर दे नाशवान होण नूं गुरमत ने मरना नहीं आ। आत्मा दा छड्ड के एक कपड़े नूं छड्डिया दूजे पा ले। जिवें आपां भी रोज कपड़े बदलदे ना, आत्मा भी अपने कपड़े बदलदी, उन्हों गुरमत ने मरना नहीं आख्या। जे मरना ही है तो शब्द मरो, फिर जीवो सब ही। शब्द मरो फिर ना मरे। फिर देखो, सतगुर की सेवा गाखड़ी सिर दीजे आप गवाए। सतगुर की सेवा करो, पर वो सेवा बहुत औखी है। गाखड़ी सिर दीजे आप गवाए, वो सिर देना पैंदा, क्योंकि गुरु साहब का पहला कंसैप्ट ही यह है, जिहड़ा आंदा ना उन्होंने पहली शर्त यह है कि सिर देना पैना। पहला मरण कबूल जीवन की छड़ियास, हो सबना की ऋण का तो आओ हमारे पास। जे मरण को कबूल करता है, आपा मारना होमे मारनी है, होमे जाई तो कंत समय। जो होमे मर गई तो उन्हें आ जाए। जितना चिर ये शरीर विच मैं है, मैं करदा, मैं आ करता, मैं वो करता, उतना चिर तू नहीं आवे। ते जो मैं मर गई उदो तू ही तू है। फिर तू करता तू हुआ, मुझ में रहा ना हूं। जब आपा पर का मिट गया, जत देखूं तत तू। उस वाहिगुरु का नाम जपदियां फिर वाहिगुरु तुहानूं जपन लग जाता है। इन्ना बेअंत है। आपे गुरचेला दा सारिया ने शब्द सुनिया, वाह वाह गोबिंद सिंह आपे गुरचेला। ये गुरु नानक दी जोत, गुरु नानक पातशाह तो ही आपे गुरचेला दे कंसैप्ट नूं
शुरुआत कर दी सी। अज कोई भी साधु संत जिउंदे जी अपनी गद्दी नहीं छड्डदा जां अपने चेले नूं गुरु नहीं बनाउंदा, पर गुरु नानक दी गद्दी दे विच गुरु नानक पातशाह ने अपने ही सिख नूं, अपने चेले नूं अपना गुरु बना। धन धन साहिब श्री गुरु अंगद देव जी नूं अपने चेले नूं गुरता गद्दी बख्श दित्ती, ते जदों गुरता गद्दी बख्श दित्ती फिर उन्हां नूं आप सीस निवाया। फिर किसी नूं नाम दी दात नहीं दी, फिर किसी तो मत्था नहीं टकवाया। कहंदे ना हुण वो जोत गुरु अंगद दे विच है, उत्थे जाके मंगो। ते फिर वो जोत अगे गुरु अमरदास जी च, फिर गुरु अमरदास जी तो गुरु रामदास जी महाराज, फिर अगे गुरु अर्जन देव जी, फिर गुरु हरगोबिंद साहिब जी सच्चे पातशाह मेरी पीरी दे मालक, फिर गुरु हर राय जी, फिर सच्चे पातशाह बाला प्रीतम धन धन साहिब श्री गुरु हरकृष्ण साहिब जी महाराज, फिर अगे धन धन साहिब श्री गुरु तेग बहादुर जी महाराज, फिर साहिब कमाल धन धन साहिब श्री गुरु गोबिंद सिंह जी महाराज विचों जोत वरती। उसे जोत नूं 10 पातशाहियां दी जोत अज हाजरा हजूर धन धन साहिब श्री गुरु ग्रंथ साहिब जी महाराज विच विराजमान है, विराजमान है। जो मंगना मंग लो, पर उहदे विच गुरु दी मत होवे, गुरु दी मर्जी होवे ते तुहाडा मंगिया सफला है। जे मंगना ही है तो महाराज नूं मंग लो, दाते नूं मंग लो, तो दातां पिछे दौड़दियां हन। उहदे घर च कोई कमी नहीं। साचे साहिबा क्या नहीं घर तेरे, करता तेरे सब कुछ है। उहदे घर च सब कुछ है। जो साडी सोच विच नहीं वो उहदे घर विच है। देखो पहला ਉਹਦੇ ਵੱਲ ਨੂੰ ਜਾਣ ਦੇ ਲਈ ਸਾਡੇ ਅੰਦਰ ਅਰਦਾਸ ਹੋਣੀ ਜ਼ਰੂਰੀ। ਪਹਿਲ ਸਟੈਪ ਚਰਨ ਸ਼ਰਨ ਗੁਰ ਏਕ ਪੈਂਡਾ ਚਾਰੇ ਚੱਲ, ਸਤਿਗੁਰ ਕੋਟ ਪੈਂਡਾ ਆ ਗਿਆ। ਕਹਿੰਦੇ ਅੰਤਰ ਤੋਂ ਅੱਖਾਂ ਦੇ ਬਾਝੋਂ ਦੇਖਣਾ ਤੇ ਕੰਨਾਂ ਤੇ ਬਾਝੋਂ ਸੁਣਨਾ, ਪੈਰਾਂ ਬਾਝੋਂ ਚੱਲਣਾ ਜਿਹੜਾ ਉਦੋਂ ਸ਼ੁਰੂ ਹੁੰਦਾ ਜਦੋਂ ਅੱਖੀ ਦੇਖੇ ਜੇਬਾ ਬੋਲੇ, ਕੰਨੀ ਸੁਰਤ ਸਮਾਏ, ਪੈਰੀ ਚੱਲੇ ਹੱਥੀ ਕਰਨਾ ਦਿੱਤਾ ਪਹਿਨਾ ਖਾਏ। ਪਹਿਲਾਂ ਤਾਂ ਸਾਰਾ ਕੁਛ ਇਹ ਸਰੀਰ ਦੇ ਨਾਲ ਹੀ ਕਰਨਾ ਪੈਂਦਾ, ਇਹਦੇ ਨਾਲ ਜੰਗ ਲੜਨੀ ਪੈਂਦੀ ਹੈ ਸੁਰਤ ਨੂੰ। ਫਿਰ ਕੀ ਹੁੰਦਾ, ਫਿਰ ਹੌਲੀ ਹੌਲੀ ਅਭਿਆਸ ਹੁੰਦੇ ਸਰ, ਸੰਗਤ ਕਰਦੇ ਸਰ, ਫਿਰ ਹੋ ਜਾਂਦਾ ਅੱਖੀ ਬਾਝੋਂ ਵੇਖਣਾ, ਬਿਨ ਕੰਨੀ ਕੰਨਾ ਸੁਣਨਾ, पैरां बाजो चलना, बिन हत्थां करना, जीपे बाजो बोलना, इउं जीवत मरना। नानक हुक्म पछाण के तो खसम मिलना। जदों हुक्म पछाणिया गया, हुक्म पछाणिया उदों जाना जदों खुद नूं अंदरों जान, जदों अंदरों मिलना। उन्हें बाहरों लभ रहे हैं ना, उन्हें मिलना अंदरों है। ते अंदरों मिलन दे लई साडे सारिਆਂ ਦਾ ਉਹਦੇ नाम की सांझ पाउणा जरूरी है। आओ एक बेनती है, फिर अद्धा मिनट वाहिगुरू का सिमरन करके आप समाप्ति करांगे, क्योंकि गुरु के घर के कीर्तनीय आ चुके ने, उन्होंने तुहानूं अलाही बाणी तुर्की बाणी के कीर्तन श्रवण कराने हैं। बेनती है कि हर शनिवार को 10 तो 12 अगर कोई इत्थे प्रोग्राम है, किसी भी तरीके का समागम है, तो उस वक्त जरूर नहीं लगती, नहीं तो निता हर शनिवार लग्या करनी है। पहला 10 तो 11 नाम अभ्यास गुरशब्द विचार होंदी है। नाम अभ्यास में जरूर हिस्सा, हफ्ते च 1 दिन तो दे ही सकते नाम अभ्यास। तो 11 तो 12 बच्चों की गुरमत क्लास हुई, उस भी आप रो। देखो इसकी बेहद जरूरत है। सच्चे पातशाह अगे अरदास करके तुरया हाँ, तो आप जी अगे भी अरदास करता हाँ। 10 गुरु घरां दे नाल बेनती की है
बिल्कुल निष्काम गुरशब्द विचार गुरबाणी कंठ कराउण दा सेवा लई है, झोली पवाई है। आप जी सहयोग करो, अपने बच्चों को भेजना करो। तो 5 साल का टीचा है कि हर एक गुरु घर दे विचों 100 बच्चे नूं एक हफ्ते दे विच एक अंग गुरु ग्रंथ साहिब महाराज का कंठ करवा करके 5-5.5 सालों घट्टो घट्ट 1000 बच्चे को संपूर्ण गुरु ग्रंथ साहिब महाराज जी का बाणी कंठ करवाई जाए। तो फिर उस उपरांत गुरु के हवाले वो कर दिते, फिर गुरु उन्होंने जिधर मर्जी लै जाए। ये सेवा ली है तो आप जी सहयोग करो। कोई तुहाडी माया नहीं चाहिए। माया मैं क्यों भिखारी बना तुहाडा? मैं बनागा गुरु रामदास महाराज का भिखारी बना, वो दर का बना। मैं मंगा माया उत्तों मंगा, तुहाडे तो मैनूं लोड़ नहीं। तो मैनूं माया की लोड़ नहीं, मैनूं माया महाराज दिंदा, मेरे किरत तो दिंदा, मेरे कारजां तो दिंदा। तुहाडा सहयोग चाहिए, तुहाडी माया नहीं। तुसी चाहिए, तुसी आ गए तो मेरी जो सेवा लाहे ला। मैं अपना जन्म सवारदा, तुहानूं अपने जन्म की परवाह ते आओ संगत विच नाम। बस इतनी सी मेरी अरदास है। 25 जनवरी तो जो 29 जनवरी का कैंप है, गुरमत कैंप जो बच्चों का ला रहे हैं, वो थोड़ा कोविड करके गाइडलाइन आने करके स्कूल भी बंद किए गए हैं। तो हुण गाइडलाइन इस तरह दी आ गई कि बच्चे वध नहीं रख सकते। सो उस करके उसनों असीं डिले कर रहे हैं, अगे पा रहे हैं, क्योंकि बच्चों की सेफ्टी पहल जरूरी है। असीं गुरमत कैंप नूं अगे कर रहे हैं। ये 25 तो 29 नूं नहीं लाया जाएगा, पर जिहड़ी गुरमत क्लास हर शनिवार नूं 10 तो 12 लगती है, वो हमेशा लगती रहेगी, नाम अभ्यास होता रहेगा। आप जी जरूर आना करो, तो आप जी के सहयोग नाल ही सारिया सेवावां होणियां हन। आओ वाहिगुरू के सिमरन की सांझ पाईए जी। फिर आप जी कृपा करो, छुट्टियां बख्शो, कृपा करो, अपनी इस तरह जोड़े झाड़न की सेवा बख्शते रहना जी। वाहिगुरू 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 वाहिगुरू। वाहिगुरू जी का खालसा, वाहिगुरू जी की फतेह।